सत श्री अकाल। प्लस 2 ਦੇ ਇਤਿਹਾਸ ਵਿਸ਼ੇ ਦੀ ਕਲਾਸ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਸਾਡਾ ਅੱਜ ਦਾ ਵਿਸ਼ਾ ਹੈ ਸਿੱਖ ਮਿਸਲਾਂ ਦਾ ਰਾਜ ਪ੍ਰਬੰਧ। ਪਿਆਰੇ ਬੱਚਿਓ, ਜਿਵੇਂ ਤੁਸੀਂ ਜਾਣਦੇ ਹੀ ਹੋ ਕਿ ਸਨ 1767 ਈਸਵੀ ਤੋਂ ਲੈ ਕੇ 1799 ਈਸਵੀ ਤੱਕ ਪੰਜਾਬ ਵਿੱਚ 12 ਮਿਸਲਾਂ ਦੀ ਉਤਪਤੀ ਹੋਈ। ਇਹਨਾਂ ਮਿਸਲਾਂ ਦਾ ਸਿੱਖ ਇਤਿਹਾਸ ਵਿੱਚ, ਪੰਜਾਬ ਦੇ ਇਤਿਹਾਸ ਵਿੱਚ ਮਹੱਤਵਪੂਰਨ ਸਥਾਨ ਹੈ। ਮਿਸਲਾਂ ਦੀ ਸ਼ਾਸਨ ਵਿਵਸਥਾ ਸਿੱਖਾਂ ਦੀ ਰਾਜਨੀਤਿਕ ਸੱਤਾ ਦਾ ਆਰੰਭਿਕ ਰੂਪ ਸੀ। ਮਿਸਲ ਦੇ ਮੁਖੀ ਨੂੰ ਸਰਦਾਰ ਕਿਹਾ ਜਾਂਦਾ ਸੀ ਔਰ ਸਰਦਾਰ ਦੇ ਕੋਲ ਬੇਅੰਤ ਸ਼ਕਤੀਆਂ ਸਨ। ਸ਼ਕਤੀਆਂ ਹੋਣ ਦੇ ਬਾਵਜੂਦ ਵੀ ਮਿਸਲ ਦੇ ਸਰਦਾਰ ਆਪਣੀ ਪ੍ਰਜਾ ਦੇ ਨਾਲ ਬਹੁਤ ਹੀ ਵਧੀਆ ਵਤੀਰਾ ਰੱਖਦੇ ਸਨ, ਉਹਨਾਂ ਦੀ ਭਲਾਈ ਲਈ ਕੰਮ ਕਰਦੇ ਸਨ। ਮਿਸਲ ਨੂੰ ਜ਼ਿਲ੍ਹਿਆਂ ਵਿੱਚ ਵੰਡਿਆ ਹੋਇਆ ਸੀ, ਜਿਸ ਦਾ ਪ੍ਰਬੰਧ ਕਾਰਦਾਰ ਕਰਦੇ ਸੀ ਔਰ ਸਭ ਤੋਂ ਛੋਟੀ ਇਕਾਈ ਪਿੰਡ ਸੀ। ਪਿੰਡ ਜਿਹੜੇ ਸੀ ਉਹਨਾਂ ਦੇ ਵਿੱਚ ਪੰਚਾਇਤ ਆਪਣਾ ਸਾਰਾ ਕੰਮ ਜਿਹੜਾ ਕਰਦੀ ਸੀ। ਪੰਚਾਇਤ ਦੇ ਕੰਮਾਂ ਦੇ ਵਿੱਚ ਸਰਦਾਰ ਦੀ ਕੋਈ ਵੀ ਦਖਲਅੰਦਾਜ਼ੀ ਨਹੀਂ ਹੁੰਦੀ ਸੀ। ਬੱਚਿਓ, ਉਸ ਸਮੇਂ ਦੀ ਜੋ ਸ਼ਾਸਨ ਵਿਵਸਥਾ ਸੀ ਉਸ ਬਾਰੇ ਇਤਿਹਾਸਕਾਰਾਂ ਦੇ ਵੱਖ-ਵੱਖ ਮਤਭੇਦ ਹਨ। ਕਿਹਾ ਜਾਂਦਾ ਹੈ ਕਿ ਨਿਆਂ ਪ੍ਰਬੰਧ ਕੋਈ ਬਹੁਤਾ ਵਧੀਆ ਨਹੀਂ ਸੀ, ਪਰ ਸਮੇਂ ਦੇ ਅਨੁਕੂਲ ਸੀ, ਕਿਉਂਕਿ ਸਜ਼ਾਵਾਂ ਬਹੁਤੀਆਂ ਸਖਤ ਨਹੀਂ ਸਨ। ਆਓ ਆਪਾਂ ਉਸ ਸਮੇਂ ਦੀ ਸ਼ਾਸਨ ਵਿਵਸਥਾ ਦੀਆਂ ਵਿਸ਼ੇਸ਼ਤਾਵਾਂ ਬਾਰੇ ਗੱਲ ਕਰੀਏ। ਸਭ ਤੋਂ ਪਹਿਲੀ ਵਿਸ਼ੇਸ਼ਤਾ ਸੀ ਉਸ ਵੇਲੇ ਦੀ ਗੁਰਮਤਾ। ਗੁਰਮਤਾ ਅਜਿਹੀ ਸੰਸਥਾ ਸੀ ਜਿਸ ਨੇ ਸਿੱਖਾਂ ਵਿੱਚ ਏਕਤਾ ਤੇ ਅਨੁਸ਼ਾਸਨ ਬਣਾਈ ਰੱਖਿਆ। ਗੁਰਮਤਾ ਕੀ ਸੀ? ਜਿਵੇਂ ਗੁਰਮਤਾ ਤੋਂ ਹੀ ਸਾਨੂੰ ਪਤਾ ਲੱਗਦਾ ਹੈ ਗੁਰੂ ਦਾ ਮਤ, ਗੁਰੂ ਦੁਆਰਾ ਦਿੱਤਾ ਹੋਇਆ ਫੈਸਲਾ, ਜਾਂ ਦੂਜੇ ਸ਼ਬਦਾਂ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਸਮੂਹ ਸਿੱਖ ਸੰਗਤ ਦੁਆਰਾ, ਸਰਬੱਤ ਖਾਲਸਾ ਦੁਆਰਾ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਫੈਸਲਾ ਲਿਆ ਜਾਂਦਾ ਸੀ ਉਸ ਨੂੰ ਗੁਰਮਤਾ ਕਿਹਾ ਜਾਂਦਾ ਸੀ। ਔਰ ਉਸ ਵੇਲੇ ਗੁਰਮਤਾ ਦੁਆਰਾ ਲਿਆ ਗਿਆ ਫੈਸਲਾ ਜਾਂ ਜੋ ਵੀ ਹੁੰਦਾ ਸੀ ਉਹ ਹਰੇਕ ਸਿੱਖ ਨੂੰ ਪ੍ਰਵਾਨ ਹੁੰਦਾ ਸੀ। ਹੁਣ ਗੱਲ ਇਹ ਆਉਂਦੀ ਹੈ ਕਿ ਇਹ ਗੁਰਮਤਾ ਦੀ ਸੰਸਥਾ ਦਾ ਜਨਮ ਕਦੋਂ ਹੋਇਆ? ਬੱਚਿਓ, ਕਿਹਾ ਜਾਂਦਾ ਹੈ ਕਿ 1699 ਈਸਵੀ ਦੇ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਤਾਂ ਉਸ ਵੇਲੇ ਉਹਨਾਂ ਨੇ ਕਿਹਾ ਸੀ ਕਿ ਜਦੋਂ 5 ਸਿੱਖ ਇਕੱਠੇ ਹੋ ਕੇ ਕਿਸੇ ਮਸਲੇ ਤੇ ਆਪਣਾ ਫੈਸਲਾ ਦੇਣ ਤਾਂ ਉਸ ਨੂੰ ਗੁਰੂ ਦਾ ਮਤ ਸਮਝਿਆ ਜਾਵੇ। ਔਰ ਇਹ ਸੰਸਥਾ ਅੱਜ ਵੀ ਚੱਲੀ ਆ ਰਹੀ ਹੈ ਔਰ ਅੱਜ ਵੀ ਉਨੀ ਹੀ ਮਹੱਤਵਪੂਰਨ ਹੈ ਜਿੰਨੀ ਪਹਿਲਾਂ ਸੀ। ਸਰਬੱਤ ਖਾਲਸਾ ਦੇ ਇਜਲਾਸਾਂ ਦੇ ਵਿੱਚ ਸਿੱਖਾਂ ਦੇ ਰਾਜਨੀਤਿਕ, ਧਾਰਮਿਕ ਤੇ ਸਮਾਜਿਕ ਮਸਲਿਆਂ ਦੇ ਉੱਤੇ ਗੁਰਮਤਾ ਪਾਇਆ ਜਾਂਦਾ ਸੀ। ਔਰ ਬੱਚਿਓ, ਗੁਰਮਤਾ ਦੇ ਕੀ ਕੰਮ ਸਨ? ਗੁਰਮਤਾ ਦਲ ਖਾਲਸਾ ਦੇ ਆਗੂ ਦੀ ਚੋਣ ਕਰਦੀ ਸੀ। ਇਸ ਤੋਂ ਇਲਾਵਾ ਇਹ ਗੁਰਮਤਾ ਦੁਆਰਾ ਸਾਂਝੇ ਦੁਸ਼ਮਣ ਦੇ ਵਿਰੁੱਧ ਜੋ ਰਣਨੀਤੀ ਤਿਆਰ ਕੀਤੀ ਜਾਂਦੀ ਸੀ ਉਸ ਦਾ ਫੈਸਲਾ ਲਿਆ ਜਾਂਦਾ ਸੀ। ਔਰ ਮਿਸਲਾਂ ਦੇ ਜੋ ਆਪਸੀ ਝਗੜੇ ਸੀ, ਸਰਦਾਰਾਂ ਦੇ ਝਗੜੇ ਸੀ, ਉਹਨਾਂ ਨੂੰ ਵੀ ਗੁਰਮਤਾ ਦੁਆਰਾ ਹੀ ਨਜਿੱਠਿਆ ਜਾਂਦਾ ਸੀ। ਇਸ ਤੋਂ ਇਲਾਵਾ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਵੀ ਗੁਰਮਤਾ ਦੁਆਰਾ ਫੈਸਲਾ ਲਿਆ ਜਾਂਦਾ ਸੀ। ਹੁਣ ਗੱਲ ਕਰਦੇ ਹਾਂ ਕਿ ਗੁਰਮਤਾ ਕਿਵੇਂ ਪਾਸ ਕੀਤਾ ਜਾਂਦਾ ਸੀ, ਕਿਵੇਂ ਗੁਰਮਤਾ ਲਿਆ ਜਾਂਦਾ ਸੀ। ਬੱਚਿਓ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਸਰਬੱਤ ਖਾਲਸਾ ਇਕੱਠਾ ਹੁੰਦਾ ਸੀ ਔਰ ਇਹ ਸਾਲ ਦੇ ਵਿੱਚ 2 ਵਾਰੀ, ਦੀਵਾਲੀ ਤੇ ਵਿਸਾਖੀ ਦੇ ਮੌਕੇ ਅਕਾਲ ਤਖਤ ਦੇ ਉੱਤੇ ਸਰਬੱਤ ਖਾਲਸਾ ਇਕੱਠਾ ਹੁੰਦਾ ਔਰ ਉਸ ਵੇਲੇ ਕੀਰਤਨ ਤੋਂ ਬਾਅਦ ਅਰਦਾਸ ਕੀਤੀ ਜਾਂਦੀ। ਅਰਦਾਸ ਤੋਂ ਬਾਅਦ ਇੱਕ ਸਿੱਖ ਮਸਲੇ ਦੇ ਬਾਰੇ ਸਮੂਹ ਸੰਗਤ ਨੂੰ ਜਾਣੂ ਕਰਵਾਉਂਦਾ। ਉਸ ਉੱਤੇ ਸਰਬਸੰਮਤੀ ਦੇ ਨਾਲ ਬਿਨਾਂ ਭੇਦਭਾਵ ਦੇ ਫੈਸਲਾ ਹੁੰਦਾ ਸੀ ਔਰ ਫੈਸਲੇ ਤੋਂ ਪਹਿਲਾਂ ਜੈਕਾਰਾ ਛੱਡਿਆ ਜਾਂਦਾ, ਅਰਦਾਸ ਕੀਤੀ ਜਾਂਦੀ ਅਤੇ ਪ੍ਰਸ਼ਾਦ ਵੰਡਿਆ ਜਾਂਦਾ। ਇਸ ਤਰ੍ਹਾਂ ਜੋ ਸਮੂਹ ਸਿੱਖ ਸੰਗਤ ਦੁਆਰਾ ਉਸ ਵੇਲੇ ਸਰਬਸੰਮਤੀ ਦੇ ਨਾਲ ਫੈਸਲਾ ਲਿਆ ਜਾਂਦਾ ਉਸ ਨੂੰ ਗੁਰਮਤਾ ਕਿਹਾ ਜਾਂਦਾ ਔਰ ਉਸ ਦੇ ਅਨੁਸਾਰ ਹੀ ਜੋ ਸਿੱਖ ਕੌਮ ਸੀ ਚੱਲਦੀ ਸੀ। ਸੋ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਗੁਰਮਤਾ ਉਸ ਵੇਲੇ ਦੀ ਇੱਕ ਅਜਿਹੀ ਸੰਸਥਾ ਸੀ ਜਿਸ ਨੇ ਸਿੱਖਾਂ ਵਿੱਚ ਸੰਗਠਨ, ਏਕਤਾ, ਅਨੁਸ਼ਾਸਨ ਬਣਾਈ ਰੱਖਿਆ। ਅੱਗੇ ਅਸੀਂ ਗੱਲ ਕਰਦੇ ਹਾਂ ਮਿਸਲਾਂ ਦੇ ਅੰਦਰੂਨੀ ਸੰਗਠਨ ਦੀ, ਕਿ ਅੰਦਰੂਨੀ ਸੰਗਠਨ ਕਿਹੋ ਜਿਹਾ ਸੀ। ਜਿਵੇਂ ਮੈਂ ਪਹਿਲਾਂ ਵੀ ਦੱਸਿਆ ਹੈ ਕਿ ਮਿਸਲ ਦੇ ਮੁਖੀ ਨੂੰ ਸਰਦਾਰ ਕਹਿੰਦੇ ਸਨ ਔਰ ਸਰਦਾਰ ਦੇ ਅੱਗੇ ਥੱਲੇ ਕਈ ਮਿਸਲਦਾਰ ਹੁੰਦੇ ਸਨ। ਇਹ ਮਿਸਲਦਾਰ ਆਪਣੀ ਸੈਨਾ ਰੱਖਦੇ ਸੀ ਔਰ ਜਦੋਂ ਸਰਦਾਰ ਨੂੰ ਲੋੜ ਪੈਂਦੀ ਸੀ ਤਾਂ ਮਿਸਲਦਾਰ ਆਪਣੀ ਸੈਨਾ ਦੇ ਸਮੇਤ ਸਰਦਾਰ ਦੀ ਮਦਦ ਕਰਦੇ ਸਨ। ਤੇ ਇਸ ਤਰ੍ਹਾਂ ਵੀ ਹੁੰਦਾ ਸੀ ਕਿ ਉਸ ਵੇਲੇ ਸਰਦਾਰ ਖੁਸ਼ ਹੋ ਕੇ ਇਹਨਾਂ ਮਿਸਲਦਾਰਾਂ ਨੂੰ ਜ਼ਮੀਨ ਵੀ ਦੇ ਦਿੰਦੇ ਸਨ। ਇਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਸਰਦਾਰ ਜੋ ਹੈ ਉਸ ਕੋਲ ਇੰਨੀਆਂ ਸ਼ਕਤੀਆਂ ਸਨ ਕਿ ਉਹ
ਕਿਸੇ ਤਰ੍ਹਾਂ ਦਾ ਵੀ ਫੈਸਲਾ ਲੈ ਸਕਦਾ ਸੀ, ਪਰ ਇਸ ਤਰ੍ਹਾਂ ਨਹੀਂ ਸੀ। ਸਿੱਖ ਮਿਸਲਾਂ ਦੇ ਵਿੱਚ ਜੋ ਗੈਰ ਸਿੱਖ ਸਨ ਉਹਨਾਂ ਨੂੰ ਵੀ ਉਨੀ ਹੀ ਧਾਰਮਿਕ ਸੁਤੰਤਰਤਾ ਪ੍ਰਦਾਨ ਸੀ, ਔਰ ਜੋ ਸਰਦਾਰ ਸੀ ਉਹ ਆਪਣੀ ਪ੍ਰਜਾ ਦਾ ਆਪ ਧਿਆਨ ਰੱਖਦੇ ਸਨ। ਕਈ ਵਾਰ ਮਿਸਲਾਂ ਦੇ ਸਰਦਾਰ ਪ੍ਰਜਾ ਦੇ ਵਿੱਚ ਭੇਸ ਬਦਲ ਕੇ ਘੁੰਮਦੇ ਸਨ, ਉਹਨਾਂ ਦੀ ਮਦਦ ਵੀ ਕਰਦੇ ਸਨ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਮਿਸਲਾਂ ਦੇ ਸਰਦਾਰ ਸਨ ਜੋ ਉਹ ਆਪਣੀ ਪ੍ਰਜਾ ਦੇ ਲਈ ਕੰਮ ਕਰਦੇ ਸਨ, ਆਪਣੀ ਪ੍ਰਜਾ ਦੇ ਨਾਲ ਪਿਆਰ ਰੱਖਦੇ ਸਨ। ਉਸ ਤੋਂ ਬਾਅਦ ਦੇਖਦੇ ਹਾਂ ਕਿ ਸਰਦਾਰ ਜੋ ਸੀ ਮਿਸਲਾਂ ਦੇ, ਉਹਨਾਂ ਨੇ ਆਪਣੀ ਮਿਸਲਾਂ ਦਾ ਵਿਵਸਥਾ ਜੋ ਸੀ ਉਸ ਨੂੰ ਸੁਚਾਰੂ ਰੂਪ ਨਾਲ ਚਲਾਉਣ ਦੇ ਲਈ ਆਪਣੀ ਮਿਸਲ ਨੂੰ ਅੱਗੇ ਜ਼ਿਲ੍ਹਿਆਂ ਦੇ ਵਿੱਚ ਵੰਡ ਦਿੱਤਾ ਹੋਇਆ ਸੀ। ਜ਼ਿਲ੍ਹਿਆਂ ਦਾ ਕੰਮ ਜੋ ਸੀ ਉਹ ਕਾਰਦਾਰ ਕਰਦੇ ਸੀ। ਹਰ ਜ਼ਿਲ੍ਹੇ ਦੇ ਵਿੱਚ ਮੁਖੀ ਕਾਰਦਾਰ ਨਿਯੁਕਤ ਕੀਤਾ ਜਾਂਦਾ ਸੀ, ਔਰ ਕਾਰਦਾਰ ਜ਼ਿਲ੍ਹੇ ਦਾ ਸਾਰਾ ਕੰਮ ਦੇਖਦਾ ਸੀ। ਉਸ ਦੇ ਕੰਮ ਵਿੱਚ ਸਰਦਾਰ ਕੋਈ ਵੀ ਦਖਲਅੰਦਾਜ਼ੀ ਨਹੀਂ ਕਰਦੇ ਸਨ। ਔਰ ਪਿੰਡ ਜੋ ਸੀ ਉਸ ਵੇਲੇ ਸਭ ਤੋਂ ਛੋਟੀ ਇਕਾਈ ਸੀ ਔਰ ਮਹੱਤਵਪੂਰਨ ਇਕਾਈ ਸੀ। ਪਿੰਡ ਦਾ ਸਾਰਾ ਪ੍ਰਬੰਧ ਜੋ ਸੀ ਉਹ ਪੰਚਾਇਤ ਦੇ ਹੱਥ ਵਿੱਚ ਹੁੰਦਾ ਸੀ। ਪੰਚਾਇਤ ਦਾ ਫੈਸਲਾ ਪਰਮੇਸ਼ਰ ਦਾ ਫੈਸਲਾ ਮੰਨਿਆ ਜਾਂਦਾ ਸੀ। ਹਰ ਆਦਮੀ ਪੰਚਾਇਤ ਦੇ ਫੈਸਲੇ ਨੂੰ ਮੰਨਦਾ ਸੀ। ਅਗਰ ਕਿਸੇ ਕਾਰਨ ਕਰਕੇ ਕੋਈ ਫੈਸਲਾ ਨਹੀਂ ਸੀ ਮੰਨਦਾ ਤਾਂ ਉਸ ਦਾ ਸਮਾਜਿਕ ਬਾਈਕਾਟ ਵੀ ਕਰ ਦਿੱਤਾ ਜਾਂਦਾ ਸੀ। ਪੰਚਾਇਤ ਤੋਂ ਇਲਾਵਾ ਪਿੰਡ ਦੇ ਵਿੱਚ ਨੰਬਰਦਾਰ, ਚੌਕੀਦਾਰ ਵਗੈਰਾ ਵੀ ਹੁੰਦੇ ਸਨ, ਔਰ ਪਟਵਾਰੀ ਵੀ ਹੁੰਦਾ ਸੀ ਜੋ ਉਸ ਵੇਲੇ ਦੇ ਲਗਾਨ ਦੀ ਵਿਵਸਥਾ ਜਿਹੜੀ ਸੀ ਉਸ ਦੇ ਵਿੱਚ ਮਹੱਤਵਪੂਰਨ ਕੰਮ ਕਰਦਾ ਸੀ। ਸੋ ਇਸ ਤਰ੍ਹਾਂ ਬੱਚਿਓ ਅਸੀਂ ਦੇਖਦੇ ਹਾਂ ਕਿ ਮਿਸਲਾਂ ਦਾ ਅੰਦਰੂਨੀ ਪ੍ਰਬੰਧ ਜੋ ਸੀ ਉਹ ਵੀ ਬਹੁਤ ਵਧੀਆ ਸੀ। ਹੁਣ ਅਸੀਂ ਗੱਲ ਕਰਦੇ ਹਾਂ ਮਿਸਲਾਂ ਦੇ ਆਰਥਿਕ ਪ੍ਰਬੰਧ ਦੀ। ਆਰਥਿਕ ਪ੍ਰਬੰਧ ਦਾ ਮਤਲਬ ਹੈ ਕਿ ਮਿਸਲਾਂ ਨੂੰ ਕਿੱਥੋਂ ਆਮਦਨ ਹੁੰਦੀ ਸੀ ਔਰ ਕਿੱਥੇ ਖਰਚ ਕੀਤਾ ਜਾਂਦਾ ਸੀ। ਬੱਚਿਓ, ਮਿਸਲਾਂ ਦੀ ਆਮਦਨ ਦਾ ਮੁੱਖ ਸੋਮਾ ਸੀ ਲਗਾਨ, ਭੂਮੀ ਤੋਂ ਲਿਆ ਜਾਣ ਵਾਲਾ ਕਰ। ਇਹ ਕਰ ਜਿਹੜਾ ਸੀ ਇਹ ਭੂਮੀ ਦੀ ਕਿਸਮ ਤੇ ਨਿਰਭਰ ਕਰਦਾ ਸੀ ਕਿ ਭੂਮੀ ਕਿੰਨੀ ਉਪਜਾਊ ਹੈ। ਆਮ ਤੌਰ ਤੇ ਇਹ ਭੂਮੀ ਦੀ ਉਪਜ ਦਾ 1/3 ਜਾਂ 1/4 ਹਿੱਸਾ ਹੁੰਦਾ ਸੀ। ਜਿੱਥੇ ਜ਼ਿਆਦਾ ਉਪਜਾਊ ਭੂਮੀ ਹੁੰਦੀ ਸੀ ਉੱਥੇ ਇਹ ਅੱਧਾ ਹਿੱਸਾ ਵੀ ਲੈ ਲਿਆ ਜਾਂਦਾ ਸੀ ਉਪਜ ਦਾ। 1/2 ਹਿੱਸਾ ਉਪਜ ਦਾ ਲਗਾਨ ਦੇ ਰੂਪ ਦੇ ਵਿੱਚ ਲੈ ਲਿਆ ਜਾਂਦਾ ਸੀ। ਔਰ ਸਾਲ ਦੇ ਵਿੱਚ 2 ਵਾਰੀ ਫਸਲ ਪੱਕਣ ਤੇ ਇਹ ਲਗਾਨ ਜਿਹੜਾ ਲਿਆ ਜਾਂਦਾ ਸੀ। ਹਾੜੀ ਤੇ ਸੌਣੀ ਦੀਆਂ ਫਸਲਾਂ ਦੀ ਜਦੋਂ ਪੱਕ ਜਾਂਦੀਆਂ ਸੀ ਉਦੋਂ ਲਗਾਨ ਜਿਹੜਾ ਇਕੱਠਾ ਕੀਤਾ ਜਾਂਦਾ ਸੀ। ਲਗਾਨ ਲੈਣ ਦੀ ਵਿਧੀ ਸੀ ਬਟਾਈ ਪ੍ਰਣਾਲੀ। ਬਟਾਈ ਪ੍ਰਣਾਲੀ ਦਾ ਭਾਵ ਇਹ ਸੀ ਕਿ ਫਸਲ ਪੱਕਣ ਤੋਂ ਬਾਅਦ ਉਸ ਦੇ ਉੱਤੇ ਲਗਾਨ ਨਿਰਧਾਰਿਤ ਕੀਤਾ ਜਾਂਦਾ ਸੀ, ਔਰ ਲਗਾਨ ਜਿਹੜਾ ਹੈ ਉਹ ਨਕਦੀ ਦੇ ਰੂਪ ਦੇ ਵਿੱਚ ਵੀ ਹੁੰਦਾ ਸੀ ਔਰ ਉਪਜ ਦੇ ਰੂਪ ਦੇ ਵਿੱਚ ਵੀ ਹੁੰਦਾ ਸੀ। ਮਿਸਲ ਦੇ ਸਰਦਾਰ ਕਿਸਾਨਾਂ ਦੀ ਭਲਾਈ ਵੱਲ ਵਿਸ਼ੇਸ਼ ਧਿਆਨ ਦਿੰਦੇ ਸਨ। ਉਸ ਵੇਲੇ ਭੂਮੀ ਅਧਿਕਾਰ ਦੇ ਸੰਬੰਧੀ ਬੱਚਿਓ 4 ਪ੍ਰਥਾਵਾਂ ਵੀ ਪ੍ਰਚਲਿਤ ਸਨ। ਕੀ ਸਨ? ਪੱਤੀਦਾਰੀ ਪ੍ਰਥਾ, ਮਿਸਲਦਾਰੀ ਪ੍ਰਥਾ, ਜਗੀਰਦਾਰੀ ਪ੍ਰਥਾ ਤੇ ਤਾਬੇਦਾਰੀ ਪ੍ਰਥਾ। ਪੱਤੀਦਾਰੀ ਪ੍ਰਥਾ ਕੀ ਸੀ? ਪੱਤੀਦਾਰੀ ਪ੍ਰਥਾ ਇਹ ਸੀ ਕਿ ਮਿਸਲ ਦਾ ਸਰਦਾਰ ਆਪਣੀ ਜ਼ਮੀਨ ਦਾ ਕੁਝ ਹਿੱਸਾ ਜਾਂ ਪੱਤੀ ਆਪਣੇ ਅਧੀਨ ਕਿਸੇ ਮਿਸਲਦਾਰ ਨੂੰ ਦੇ ਦਿੰਦਾ ਸੀ ਔਰ ਉਸ ਨੂੰ ਉਸ ਸਰਦਾਰ ਦਾ ਪੱਤੀਦਾਰ ਕਿਹਾ ਜਾਂਦਾ ਸੀ। ਪੱਤੀਦਾਰ ਇਸ ਜ਼ਮੀਨ ਨੂੰ ਵੇਚ ਨਹੀਂ ਸੀ ਸਕਦਾ, ਗਹਿਣੇ ਰੱਖ ਸਕਦਾ ਸੀ। ਦੂਸਰੇ ਸੀ ਮਿਸਲਦਾਰੀ ਪ੍ਰਥਾ। ਮਿਸਲਦਾਰੀ ਪ੍ਰਥਾ ਵਿੱਚ ਕੀ ਸੀ ਕਿ ਮਿਸਲ ਦਾ ਸਰਦਾਰ ਆਪਣੇ ਸਾਥੀਆਂ ਨੂੰ ਕੁਝ ਜ਼ਮੀਨ ਦਿੰਦਾ ਸੀ, ਕਿਉਂਕਿ ਉਹਨਾਂ ਸਾਥੀਆਂ ਨੇ ਕਿਸੇ ਵੇਲੇ ਉਸ ਨੂੰ ਮਿਸਲ ਸਥਾਪਿਤ ਕਰਨ ਦੇ ਵਿੱਚ ਮਦਦ ਕੀਤੀ ਹੁੰਦੀ ਸੀ। ਸੋ ਉਸ ਜਿਹੜੀ ਜ਼ਮੀਨ ਸੀ ਜਾਂ ਜਿਸ ਵਿਅਕਤੀ ਨੂੰ ਉਹ ਜ਼ਮੀਨ ਮਿਲਦੀ ਸੀ, ਇਸ ਮਿਸਲਦਾਰੀ ਪ੍ਰਥਾ ਦੇ ਅਧੀਨ ਉਹ ਵਿਅਕਤੀ ਉਸ ਜ਼ਮੀਨ ਦੇ ਉੱਤੇ ਸੁਤੰਤਰ ਰੂਪ ਦੇ ਵਿੱਚ ਆਪਣੀ ਖੇਤੀ ਕਰ ਸਕਦਾ ਸੀ ਜਾਂ ਉਸ ਨੂੰ ਵਰਤ ਸਕਦਾ ਸੀ, ਔਰ ਲੋੜ ਪੈਣ ਤੇ ਉਹ ਆਪਣੀ ਜ਼ਮੀਨ ਸਮੇਤ ਉਸ ਮਿਸਲ ਨੂੰ ਛੱਡ ਕੇ ਦੂਸਰੀ ਮਿਸਲ ਦੇ ਵਿੱਚ ਵੀ ਜਾ ਸਕਦਾ ਸੀ। ਤੀਸਰਾ ਹੈ ਬੱਚਿਓ ਜਗੀਰਦਾਰੀ ਪ੍ਰਥਾ। ਜਗੀਰਦਾਰੀ ਪ੍ਰਥਾ ਦੇ ਵਿੱਚ ਮਿਸਲ ਦਾ ਸਰਦਾਰ ਆਪਣੇ ਕੁਝ ਸਾਥੀਆਂ ਨੂੰ ਕੁਝ ਜ਼ਮੀਨ ਜਿਹੜੀ ਸੀ ਉਹ ਦੇ ਦਿੰਦਾ ਸੀਗਾ, ਔਰ ਇਸ ਦੇ ਬਦਲੇ ਦੇ ਵਿੱਚ ਜਦੋਂ ਉਸ ਨੂੰ ਲੋੜ ਪੈਂਦੀ ਸੀ ਉਸ ਕੋਲੋਂ ਸੈਨਿਕ ਸਹਾਇਤਾ ਲੈਂਦਾ ਸੀ। ਅਗਰ ਜ਼ਮੀਨ ਪ੍ਰਾਪਤ ਕਰਨ ਵਾਲਾ ਜਗੀਰਦਾਰ ਜਿਹੜਾ ਸੀਗਾ ਅਗਰ ਮਿਸਲ ਦੇ ਸਰਦਾਰ ਦੀ ਸਹਾਇਤਾ ਨਹੀਂ ਸੀ ਕਰਦਾ ਤਾਂ ਉਸ ਦੇ ਕੋਲੋਂ ਜ਼ਮੀਨ ਜਿਹੜੀ ਸੀ ਉਹ ਵਾਪਸ ਲੈ ਲਈ ਜਾਂਦੀ ਸੀ। ਅਗਲੀ ਹੈ ਤਾਬੇਦਾਰੀ ਪ੍ਰਥਾ। ਤਾਬੇਦਾਰੀ ਪ੍ਰਥਾ ਦੇ ਵਿੱਚ ਮਿਸਲ ਦਾ ਸਰਦਾਰ ਆਪਣੇ ਸੇਵਾਦਾਰਾਂ ਨੂੰ ਕੁਝ ਜ਼ਮੀਨ ਜਿਹੜੀ ਸੀ ਉਹ ਦੇ ਦਿੰਦਾ ਸੀ। ਅਗਰ ਉਹਨਾਂ ਤੋਂ ਕਿਸੇ ਵੇਲੇ ਨਾ ਖੁਸ਼ ਹੁੰਦਾ ਸੀ ਤਾਂ ਉਹ ਜ਼ਮੀਨ ਵਾਪਸ ਵੀ ਲੈ ਸਕਦਾ ਸੀ। ਸੋ ਇਹ ਸੀਗੀਆਂ ਭੂਮੀ ਅਧਿਕਾਰ ਸੰਬੰਧੀ 4 ਪ੍ਰਥਾਵਾਂ। ਬੱਚਿਓ, ਅਗਲਾ ਆਮਦਨ ਦਾ ਸਾਧਨ ਜੋ ਸੀਗਾ ਉਹ ਸੀ ਰਾਖੀ ਪ੍ਰਥਾ। ਜਿਵੇਂ ਰਾਖੀ ਤੋਂ ਹੀ ਪਤਾ ਲੱਗਦਾ ਰੱਖਿਆ,
ਰੱਖਿਆ ਕਰਨ ਦੇ ਬਦਲੇ ਜੋ ਪੈਸਾ ਆਉਂਦਾ ਸੀ ਉਹ ਵੀ ਇੱਕ ਆਮਦਨ ਦਾ ਸੋਮਾ ਸੀ। ਬੱਚਿਓ ਤੁਸੀਂ ਸਾਰੇ ਜਾਣਦੇ ਹੋ ਬੰਦਾ ਬਹਾਦਰ ਦੀ ਮੌਤ ਤੋਂ ਬਾਅਦ ਪੰਜਾਬ ਦੇ ਹਾਲਾਤ ਬਹੁਤ ਖਰਾਬ ਹੋ ਗਏ, ਲੁੱਟਮਾਰ ਵੱਧ ਗਈ, ਅਸ਼ਾਂਤੀ ਵੱਧ ਗਈ। ਨਾਦਰ ਸ਼ਾਹ ਅਤੇ ਅਬਦਾਲੀ ਨੇ ਇੰਨੀ ਕੁ ਲੁੱਟਮਾਰ ਕੀਤੀ ਕਿ ਪੰਜਾਬ ਦੀ ਹਾਲਤ ਜਿਹੜੀ ਸੀ ਉਹ ਬਹੁਤ ਹੀ ਖਰਾਬ ਕਰ ਦਿੱਤੀ। ਸੋ ਪਿੰਡਾਂ ਦੇ ਪਿੰਡ ਜਿਹੜੇ ਸੀਗੇ ਉਹ ਆਪਣੀ ਰੱਖਿਆ ਚਾਹੁੰਦੇ ਸੀ, ਇਸ ਦੇ ਲਈ ਉਹ ਕਈ ਮਿਸਲਾਂ ਦੀ ਸ਼ਰਨ ਵਿੱਚ ਆ ਗਏ ਔਰ ਇਸ ਦੇ ਬਦਲੇ ਕੀ ਹੋਇਆ ਕਿ ਮਿਸਲਾਂ ਦੇ ਸਰਦਾਰਾਂ ਨੇ ਉਹਨਾਂ ਦੀ ਰਾਖੀ ਕਰਨੀ ਮਨਜ਼ੂਰ ਕਰ ਲਈ। ਉਹਨਾਂ ਨੂੰ ਸਰਕਾਰੀ ਲੁੱਟ ਖਸੁੱਟ ਤੋਂ, ਵਿਦੇਸ਼ੀ ਹਮਲਿਆਂ ਤੋਂ ਜਾਂ ਜਿਹੜੀ ਆਪ ਉਹ ਲੁੱਟ ਕਰਦੇ ਸੀ ਉਸ ਤੋਂ ਉਹਨਾਂ ਨੂੰ ਬਚਾ ਲਿਆ ਔਰ ਇਸ ਦੇ ਬਦਲੇ ਦੇ ਵਿੱਚ ਉਹਨਾਂ ਦੀ ਉਪਜ ਦਾ 5ਵਾਂ ਹਿੱਸਾ ਜਿਹੜਾ ਸੀ ਉਹ ਉਹਨਾਂ ਲੋਕਾਂ ਨੂੰ, ਪਿੰਡਾਂ ਦੇ ਲੋਕਾਂ ਨੂੰ ਉਸ ਮਿਸਲ ਦੇ ਸਰਦਾਰ ਨੂੰ ਦੇਣਾ ਪੈਂਦਾ ਸੀ ਔਰ ਸਾਲ ਦੇ ਵਿੱਚ 2 ਵਾਰੀ ਕਰਕੇ ਉਹਨਾਂ ਨੂੰ ਮਿਲਦਾ ਸੀ। ਸੋ ਇਸ ਤਰ੍ਹਾਂ ਰਾਖੀ ਪ੍ਰਥਾ ਜਿਹੜੀ ਸੀ ਉਹ ਵੀ ਮਿਸਲਾਂ ਦੇ ਸਰਦਾਰਾਂ ਦੀ ਆਮਦਨ ਦਾ ਇੱਕ ਸੋਮਾ ਸੀ। ਇਸ ਤੋਂ ਇਲਾਵਾ ਹੋਰ ਵੀ ਆਮਦਨ ਦੇ ਸਾਧਨ ਸਨ, ਜਿਵੇਂ ਕਿ ਚੁੰਗੀ ਘਰ ਸੀਗਾ ਜਾਂ ਨਿਆਂ ਵਿਭਾਗ ਤੋਂ ਆਉਣ ਵਾਲਾ ਨਜ਼ਰਾਨੇ ਜਾਂ ਸ਼ੁਕਰਾਨੇ ਦੇ ਰੂਪ ਦੇ ਵਿੱਚ ਜਾਂ ਹੋਰ ਲੁੱਟਮਾਰ ਜਿਹੜੀ ਕੀਤੀ ਜਾਂਦੀ ਸੀ ਉਹ ਵੀ ਆਮਦਨ ਦਾ ਸੋਮਾ ਸੀ। ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਕਿ ਉਹ ਜਿਹੜੀ ਆਮਦਨ ਸੀ ਉਸ ਨੂੰ ਕਿੱਥੇ ਕਿੱਥੇ ਖਰਚਿਆ ਜਾਂਦਾ ਸੀ। ਮਿਸਲਾਂ ਦੀ ਜਿਹੜੀ ਆਮਦਨ ਸੀ ਉਸ ਦਾ ਸਭ ਤੋਂ ਵੱਡਾ ਹਿੱਸਾ ਜਿਹੜਾ ਸੀ ਉਹ ਸੈਨਾ ਦੇ ਉੱਤੇ, ਘੋੜਿਆਂ ਦੇ ਉੱਤੇ ਜਾਂ ਫਿਰ ਜਿਹੜੇ ਸ਼ਸਤਰ ਸੀ ਉਹਨਾਂ ਦੇ ਉੱਤੇ ਖਰਚਿਆ ਜਾਂਦਾ ਸੀ। ਇਸ ਤੋਂ ਇਲਾਵਾ ਕਿਲਿਆਂ ਦੇ ਨਿਰਮਾਣ ਦੇ ਉੱਤੇ ਵੀ ਖਰਚਾ ਕੀਤਾ ਜਾਂਦਾ ਸੀ। ਨਵੇਂ ਕਿਲੇ ਬਣਾਏ ਜਾਂਦੇ ਸੀ, ਪੁਰਾਣਿਆਂ ਕਿਲਿਆਂ ਦੀ ਮੁਰੰਮਤ ਕੀਤੀ ਜਾਂਦੀ ਸੀ। ਅੱਗੇ ਆਪਾਂ ਦੇਖਦੇ ਹਾਂ ਕਿ ਮਿਸਲਾਂ ਦੇ ਸਰਦਾਰ ਜਿਹੜੇ ਸੀ ਉਹਨਾਂ ਦੇ ਨਿੱਜੀ ਖਰਚੇ ਸੀ, ਉਹਨਾਂ ਦੇ ਸਾਕ ਸੰਬੰਧੀਆਂ ਦੇ ਖਰਚੇ ਜਿਹੜੇ ਸੀ ਉਹ ਵੀ ਕੀਤੇ ਜਾਂਦੇ ਸਨ। ਇਸ ਤੋਂ ਇਲਾਵਾ ਮਿਸਲਾਂ ਦੇ ਸਰਦਾਰ ਗੁਰਦੁਆਰਿਆਂ ਜਾਂ ਮੰਦਰਾਂ ਨੂੰ ਦਾਨ ਵੀ ਦਿੰਦੇ ਸਨ। ਗਰੀਬ ਗੁਰਬਿਆਂ ਦੀ ਮਦਦ ਕਰਨੀ, ਉਹਨਾਂ ਲਈ ਲੰਗਰ ਲਾਉਣੇ ਜਿਹੜੇ ਆ ਉਹ ਕੰਮ ਜਿਹੜੇ ਸੀ ਉਹ ਵੀ ਕੀਤੇ ਜਾਂਦੇ ਸਨ। ਬੱਚਿਓ ਹੁਣ ਅਸੀਂ ਗੱਲ ਕਰਦੇ ਹਾਂ ਉਸ ਵੇਲੇ ਦੇ ਨਿਆਂ ਪ੍ਰਬੰਧ ਦੀ ਕਿ ਨਿਆਂ ਪ੍ਰਬੰਧ ਮਿਸਲਾਂ ਦਾ ਕਿਹੋ ਜਿਹਾ ਸੀ। ਸਭ ਤੋਂ ਮਹੱਤਵਪੂਰਨ ਇਕਾਈ ਪਿੰਡ ਸੀ ਔਰ ਪਿੰਡਾਂ ਦੇ ਵਿੱਚ ਪੰਚਾਇਤਾਂ ਹੁੰਦੀਆਂ ਸਨ। ਹਰੇਕ ਪਿੰਡ ਦੇ ਵਿੱਚ ਪੰਚਾਇਤ ਹੁੰਦੀ ਸੀ ਔਰ ਪਿੰਡਾਂ ਦੇ ਵਿੱਚ ਪੰਚਾਇਤ ਹੀ ਸਭ ਤੋਂ ਛੋਟੀ ਅਦਾਲਤ ਹੁੰਦੀ ਸੀ। ਪੰਚਾਇਤ ਦੇ ਮੈਂਬਰ ਬੜੇ ਯੋਗ, ਬੜੇ ਇਮਾਨਦਾਰ ਵਿਅਕਤੀ ਹੁੰਦੇ ਸਨ ਔਰ ਪਿੰਡ ਦੇ ਵਿੱਚ ਉਹਨਾਂ ਦਾ ਬੜਾ ਆਦਰ ਮਾਣ ਹੁੰਦਾ ਸੀ। ਪੰਚਾਇਤ ਪਿੰਡ ਦੇ ਹਰ ਤਰ੍ਹਾਂ ਦਾ ਮੁਕੱਦਮਾ ਜਿਹੜਾ ਸੀ ਜਾਂ ਉਸ ਦੇ ਉੱਤੇ ਆਪਣਾ ਫੈਸਲਾ ਦਿੰਦੀ ਸੀ ਔਰ ਲੋਕ ਵੀ ਪੰਚਾਇਤ ਦੇ ਜੋ ਫੈਸਲੇ ਸੀ ਉਹਨਾਂ ਨੂੰ ਮੰਨਦੇ ਸਨ, ਕਿਉਂਕਿ ਲੋਕਾਂ ਦਾ ਵਿਸ਼ਵਾਸ ਸੀ ਕਿ ਪੰਚਾਂ ਵਿੱਚ ਪਰਮੇਸ਼ਰ ਹੁੰਦਾ ਹੈ। ਉਹ ਪੰਚਾਇਤ ਦੇ ਫੈਸਲੇ ਨੂੰ ਪਰਮੇਸ਼ਰ ਦਾ ਫੈਸਲਾ ਸਮਝਦੇ ਸਨ ਤੇ ਇਸ ਤਰ੍ਹਾਂ ਪੰਚਾਇਤ ਦੁਆਰਾ ਨਿਆਂ ਦੀ ਵਿਵਸਥਾ ਜਿਹੜੀ ਸੀ ਉਹ ਕੀਤੀ ਜਾਂਦੀ ਸੀ। ਪੰਚਾਇਤ ਨਿਆਂ ਦੇਣ ਦੀ ਕੋਸ਼ਿਸ਼ ਕਰਦੀ ਸੀ ਔਰ ਵਧੀਆ ਫੈਸਲੇ ਦਿੱਤੇ ਜਾਂਦੇ ਸਨ। ਇਸ ਕਰਕੇ ਉਸ ਵੇਲੇ ਪਿੰਡਾਂ ਦੇ ਵਿੱਚ ਪੰਚਾਇਤ ਦਾ ਜੋ ਰੋਲ ਸੀਗਾ ਉਹ ਬਹੁਤ ਹੀ ਮਹੱਤਵਪੂਰਨ ਸੀ। ਹਰ ਪਿੰਡ ਦੀ ਪੰਚਾਇਤ ਜਿਹੜੀ ਸੀ ਉਹ ਆਪਣੇ ਆਪ ਵਿੱਚ ਇੱਕ ਪੂਰੀ ਦੀ ਪੂਰੀ ਅਦਾਲਤ ਹੀ ਹੁੰਦੀ ਸੀ। ਉਸ ਦੁਆਰਾ ਲਿਆ ਗਿਆ ਫੈਸਲਾ ਪਿੰਡ ਦੇ ਲੋਕਾਂ ਨੂੰ ਹਰ ਹਾਲਤ ਦੇ ਵਿੱਚ ਮਨਜ਼ੂਰ ਹੁੰਦਾ ਸੀ। ਦੂਸਰੇ ਨੰਬਰ ਤੇ ਸਰਦਾਰ ਦੀ ਅਦਾਲਤ ਹੁੰਦੀ ਸੀਗੀ। ਮਿਸਲ ਦਾ ਸਰਦਾਰ ਆਪਣੀ ਇੱਕ ਅਦਾਲਤ ਲਗਾਉਂਦਾ ਸੀ। ਉਸ ਦੇ ਵਿੱਚ ਉਹ ਫੌਜਦਾਰੀ ਜਾਂ ਦੀਵਾਨੀ ਦੋਨਾਂ ਤਰ੍ਹਾਂ ਦੇ ਮੁਕੱਦਮੇ ਜਿਹੜੇ ਸੀ ਉਹਨਾਂ ਦੇ ਵਿਰੁੱਧ ਫੈਸਲੇ ਦਿੰਦਾ ਸੀ। ਜਾਂ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਜੋ ਪੰਚਾਇਤਾਂ ਦੇ ਵਿੱਚੋਂ ਪੰਚਾਇਤ ਜੋ ਫੈਸਲਾ ਨਹੀਂ ਸੀ ਕਰ ਸਕਦੀ ਜਾਂ ਕਿਸੇ ਨੂੰ ਮਨਜ਼ੂਰ ਨਹੀਂ ਸੀ ਤਾਂ ਉਸ ਦੇ ਵਿਰੁੱਧ ਸਰਦਾਰ ਦੀ ਅਦਾਲਤ ਦੇ ਵਿੱਚ ਵੀ ਫੈਸਲੇ ਕੀਤੇ ਜਾਂਦੇ ਸਨ। ਸਰਦਾਰ ਕਿਉਂਕਿ ਆਪਣੇ ਆਪ ਵਿੱਚ ਪੂਰੀਆਂ ਸ਼ਕਤੀਆਂ ਦਾ ਮਾਲਕ ਹੁੰਦਾ ਸੀ, ਉਹ ਕਿਸੇ ਨੂੰ ਮੌਤ ਤੱਕ ਦੀ ਸਜ਼ਾ ਵੀ ਦੇ ਸਕਦਾ ਸੀ। ਪਰ ਬੱਚਿਓ ਉਸ ਵੇਲੇ ਦੇ ਸਰਦਾਰ ਆਪਣੀ ਪ੍ਰਜਾ ਦੇ ਨਾਲ ਬੜਾ ਪਿਆਰ ਕਰਦੇ ਸਨ। ਕਿਸੇ ਨੂੰ ਵੀ ਕੋਈ ਬਹੁਤੀ ਵੱਡੀ ਸਜ਼ਾ ਨਹੀਂ ਸੀ ਦਿੱਤੀ ਜਾਂਦੀ। ਪ੍ਰਜਾ ਦਾ ਖਾਸ ਧਿਆਨ ਰੱਖਿਆ ਜਾਂਦਾ ਸੀ। ਇਸ ਤੋਂ ਅੱਗੇ ਅਸੀਂ ਗੱਲ ਕਰਾਂਗੇ ਸਰਬੱਤ ਖਾਲਸਾ ਦੀ। ਸਰਬੱਤ ਖਾਲਸਾ ਜਿਵੇਂ ਤੁਸੀਂ ਜਾਣਦੇ ਹੋ ਕਿ ਸਮੂਹ ਸਿੱਖ ਸੰਗਤ, ਸਰਬੱਤ ਖਾਲਸਾ ਦੇ ਜਿਹੜੇ ਇਜਲਾਸ ਹੁੰਦੇ ਸਨ ਉਹਨਾਂ ਦੇ ਵਿੱਚ ਵੀ ਜਿਹੜੇ ਮਿਸਲਾਂ ਦੇ ਆਪਸੀ ਝਗੜੇ ਹੁੰਦੇ ਸਨ ਜਾਂ ਉਹਨਾਂ ਦੇ ਉੱਤਰਾਧਿਕਾਰੀਆਂ ਦੇ ਝਗੜੇ ਹੁੰਦੇ ਸਨ ਜਾਂ ਸਿੱਖ ਪੰਥ ਦੇ ਨਾਲ ਜੋ ਸੰਬੰਧਿਤ ਝਗੜੇ ਹੁੰਦੇ ਸਨ ਉਹਨਾਂ ਦੇ ਫੈਸਲੇ ਸਰਬੱਤ ਖਾਲਸਾ ਦੁਆਰਾ ਕੀਤੇ ਜਾਂਦੇ ਸਨ। ਅੰਮ੍ਰਿਤਸਰ ਦੇ ਵਿੱਚ
ਅਕਾਲ ਤਖਤ ਦੇ ਉੱਤੇ ਸਮੂਹ ਸਿੱਖ ਸੰਗਤ ਜਿਹੜੀ ਆ ਉਹ ਇਕੱਠੀ ਹੋ ਕੇ ਸਰਬਸੰਮਤੀ ਦੇ ਨਾਲ ਜੋ ਫੈਸਲਾ ਲੈਂਦੀ ਸੀ ਉਸ ਨੂੰ ਗੁਰਮਤੇ ਦੇ ਰੂਪ ਦੇ ਵਿੱਚ ਪ੍ਰਵਾਨ ਕੀਤਾ ਜਾਂਦਾ ਸੀ। ਹੁਣ ਅਸੀਂ ਗੱਲ ਕਰਦੇ ਹਾਂ ਉਸ ਵੇਲੇ ਦੇ ਕਾਨੂੰਨ ਦੀ ਤੇ ਸਜ਼ਾਵਾਂ ਦੀ। ਬੱਚਿਓ, ਉਸ ਵੇਲੇ ਦਾ ਜਿਹੜਾ ਨਿਆਂ ਪ੍ਰਬੰਧ ਸੀ ਬੜਾ ਹੀ ਸਧਾਰਨ ਸੀ। ਜਿਵੇਂ ਹੁਣ ਕਾਨੂੰਨ ਜਿਹੜਾ ਆ ਸੰਵਿਧਾਨ ਬਣਿਆ ਹੋਇਆ ਕਾਨੂੰਨ ਆ, ਉਸ ਵੇਲੇ ਕੋਈ ਕਾਨੂੰਨ ਲਿਖਤੀ ਨਹੀਂ ਸਨ। ਸਰਦਾਰ ਜੋ ਸੀ ਮਿਸਲ ਦਾ ਉਹ ਦੇ ਮੁਤਾਬਕ ਹੀ ਕਾਨੂੰਨ ਸਨ, ਜਾਂ ਇੰਜ ਕਹਿ ਲਓ ਉਸ ਵੇਲੇ ਦੇ ਰੀਤੀ ਰਿਵਾਜਾਂ ਦੇ ਅਨੁਸਾਰ ਹੀ ਫੈਸਲੇ ਜਿਹੜੇ ਸੀ ਉਹ ਸੁਣਾਏ ਜਾਂਦੇ ਸੀ। ਸਰਦਾਰ ਦੇ ਕੋਲ ਅਤਿਅੰਤ ਸ਼ਕਤੀਆਂ ਸੀ, ਉਹ ਆਪਣੀ ਸ਼ਕਤੀ ਦੀ ਦੁਰਵਰਤੋਂ ਕਦੀ ਨਹੀਂ ਸੀ ਕਰਦੇ। ਸਜ਼ਾਵਾਂ ਜਿਹੜੀਆਂ ਸੀ ਉਸ ਵੇਲੇ ਸਖਤ ਨਹੀਂ ਸੀ। ਮੌਤ ਦੀ ਸਜ਼ਾ ਤਾਂ ਕਿਸੇ ਨੂੰ ਨਹੀਂ ਦਿੱਤੀ ਜਾਂਦੀ ਸੀ, ਔਰ ਜੇਕਰ ਕੋਈ ਬਾਰ-ਬਾਰ ਅਪਰਾਧ ਕਰਦਾ ਸੀ ਤਾਂ ਉਸ ਦੋ ਸਰੀਰ ਦਾ ਕੋਈ ਨਾ ਕੋਈ ਅੰਗ ਜਿਹੜਾ ਸੀ ਉਹ ਕੱਟ ਦਿੱਤਾ ਜਾਂਦਾ ਸੀ। ਔਰ ਬੱਚਿਓ, ਇੱਕ ਗੱਲ ਹੋਰ ਸੀ ਕਿ ਉਸ ਵੇਲੇ ਨਿਆਂ ਪ੍ਰਬੰਧ ਜਿਹੜਾ ਸੀ ਉਹ ਇੱਕ ਆਮਦਨ ਦਾ ਸੋਮਾ ਵੀ ਸੀ। ਅਸੀਂ ਪੜ੍ਹ ਵੀ ਚੁੱਕੇ ਹਾਂ। ਆਮਦਨ ਦਾ ਸੋਮਾ ਇਸ ਤਰ੍ਹਾਂ ਸੀ ਬੱਚਿਓ ਕਿ ਜੇਕਰ ਕਿਸੇ ਨੂੰ ਕੋਈ ਸਜ਼ਾ ਦੇਣੀ ਹੁੰਦੀ ਸੀ ਤਾਂ ਉਸ ਨੂੰ ਜੁਰਮਾਨਾ ਲਾ ਦਿੱਤਾ ਜਾਂਦਾ ਸੀ, ਔਰ ਉਹ ਜੁਰਮਾਨਾ ਜਿਹੜਾ ਸੀ ਉਹ ਆਮਦਨ ਦਾ ਸੋਮਾ ਸੀ। ਇਸੇ ਤਰ੍ਹਾਂ ਜੇਕਰ ਕੋਈ ਮੁਕੱਦਮਾ ਜਿੱਤ ਜਾਂਦਾ ਸੀ ਤਾਂ ਫਿਰ ਉਹ ਸਰਦਾਰ ਨੂੰ ਸ਼ੁਕਰਾਨਾ ਦਿੰਦਾ ਸੀ। ਇਸ ਤਰ੍ਹਾਂ ਉਹ ਵੀ ਖਜ਼ਾਨੇ ਨੂੰ ਆਮਦਨੀ ਹੁੰਦੀ ਸੀ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਮਿਸਲਾਂ ਦੇ ਸਮੇਂ ਭਾਵੇਂ ਨਿਆਂ ਪ੍ਰਬੰਧ ਜਿਹੜਾ ਸੀ ਬਹੁਤਾ ਵਿਕਸਿਤ ਨਹੀਂ ਸੀ, ਪਰ ਉਹ ਉਸ ਸਮੇਂ ਦੇ ਅਨੁਕੂਲ ਵੀ ਸੀ। ਠੀਕ ਹੈ ਬੱਚੋ, ਆਓ ਹੁਣ ਆਪਾਂ ਗੱਲ ਕਰਦੇ ਹਾਂ ਮਿਸਲਾਂ ਦੇ ਸੈਨਿਕ ਪ੍ਰਬੰਧ ਦੀ। ਸੈਨਾ ਦੇ 3 ਮੁੱਖ ਅੰਗ ਸਨ: ਘੋੜਸਵਾਰ ਸੈਨਾ, ਪੈਦਲ ਸੈਨਾ ਤੇ ਤੋਪਖਾਨਾ। ਸਭ ਤੋਂ ਮਹੱਤਵਪੂਰਨ ਅੰਗ ਸੀ ਘੋੜਸਵਾਰ ਸੈਨਾ। ਸਿੱਖ ਸੈਨਿਕ ਬਹੁਤ ਹੀ ਨਿਪੁੰਨ ਘੋੜਸਵਾਰ ਸਨ, ਬਹੁਤ ਹੀ ਤੇਜ਼ ਘੋੜਸਵਾਰ ਸਨ। ਕਿਹਾ ਜਾਂਦਾ ਹੈ ਕਿ ਰੋਜ਼ਾਨਾ 50 ਮੀਲ ਤੋਂ 120 ਮੀਲ ਦਾ ਸਫ਼ਰ ਜਿਹੜਾ ਸੀ ਉਹ ਰੋਜ਼ ਤੈਅ ਕਰ ਲੈਂਦੇ ਸਨ। ਤੇਜ਼ੀ ਦੇ ਵਿੱਚ ਚੱਲਣ ਦੇ ਵਿੱਚ ਇਹਨਾਂ ਦਾ ਕੋਈ ਸਾਨੀ ਨਹੀਂ ਸੀ। ਔਰ ਇਹ ਵੀ ਕਿਹਾ ਜਾਂਦਾ ਆ ਕਿ ਜਦੋਂ ਬਾਅਦ ਦੇ ਵਿੱਚ ਜਿਹੜੀ ਗੁਰੀਲਾ ਯੁੱਧ ਪ੍ਰਣਾਲੀ ਸੀ ਉਹਦੇ ਵਿੱਚ ਵੀ ਇਹ ਤੇਜ਼ ਘੋੜਸਵਾਰ ਜਿਹੜੇ ਸੀ ਜਾਂ ਤੇਜ਼ ਦੌੜਨ ਵਾਲੇ ਘੋੜੇ ਸੀ, ਉਹਨਾਂ ਦਾ ਬੜਾ ਮਹੱਤਵਪੂਰਨ ਰੋਲ ਰਿਹਾ। ਬੱਚਿਓ, ਦੂਜੇ ਅੰਗ ਦੀ ਗੱਲ ਕਰਦੇ ਹਾਂ ਪੈਦਲ ਸੈਨਾ ਦੀ। ਪੈਦਲ ਸੈਨਾ ਦੇ ਵਿੱਚ ਭਰਤੀ ਹੋਣਾ ਸਿੱਖ ਆਪਣਾ ਅਪਮਾਨ ਸਮਝਦੇ ਸਨ। ਅਪਮਾਨ ਕਿਉਂ ਸਮਝਦੇ ਸਨ? ਕਿਉਂਕਿ ਪੈਦਲ ਸੈਨਾ ਦਾ ਉਸ ਵੇਲੇ ਸੈਨਾ ਦੇ ਵਿੱਚ ਕੋਈ ਬਹੁਤਾ ਮਹੱਤਵ ਨਹੀਂ ਸੀ। ਇਸ ਨੂੰ ਕੋਈ ਬਹੁਤਾ ਵਧੀਆ ਨਹੀਂ ਸੀ ਸਮਝਿਆ ਜਾਂਦਾ। ਇਸ ਕਰਕੇ ਕਿਉਂਕਿ ਪੈਦਲ ਸੈਨਾ ਜਿਹੜੀ ਸੀ ਉਹ ਘੋੜਸਵਾਰ ਸੈਨਾ ਦਾ ਮੁਕਾਬਲਾ ਨਹੀਂ ਸੀ ਕਰ ਸਕਦੀ। ਪਰ ਇਸ ਦਾ ਮਤਲਬ ਇਹ ਨਹੀਂ ਕਿ ਇਹਨਾਂ ਦਾ ਬਿਲਕੁਲ ਹੀ ਮਹੱਤਵ ਨਹੀਂ ਸੀ, ਕਿਉਂਕਿ ਇਹ ਪੈਦਲ ਸੈਨਿਕ ਹੀ ਸਨ ਜੋ ਕਿਲਿਆਂ ਦੀ ਵੀ ਰਾਖੀ ਕਰਦੇ ਸਨ, ਔਰ ਕਿਤੇ ਨਾ ਕਿਤੇ ਕੋਈ ਸੁਨੇਹਾ ਪਹੁੰਚਾਉਣਾ ਹੁੰਦਾ ਜਾਂ ਯੁੱਧ ਦੇ ਸਮੇਂ ਪਿੱਛੇ ਰਹਿ ਗਏ ਬੱਚੇ ਜਾਂ ਇਸਤਰੀਆਂ ਦੀ ਰਾਖੀ ਦਾ ਕੰਮ ਜਿਹੜਾ ਸੀ ਉਹ ਇਸ ਪੈਦਲ ਸੈਨਾ ਨੂੰ ਹੀ ਦਿੱਤਾ ਜਾਂਦਾ ਸੀ। ਅਗਲੀ ਗੱਲ ਕਰਦੇ ਹਾਂ ਤੋਪਖਾਨੇ ਦੀ। ਤੋਪਖਾਨਾ ਜਿਹੜਾ ਆ ਕਿਸੇ ਵੀ ਨਿਰਣਾਇਕ ਲੜਾਈ ਦੇ ਵਿੱਚ ਇਸ ਦਾ ਬਹੁਤ ਹੀ ਮਹੱਤਵਪੂਰਨ ਰੋਲ ਹੁੰਦਾ ਆ। ਪਰ ਉਸ ਵੇਲੇ ਮਿਸਲਾਂ ਦੇ ਕੋਲ ਕੋਈ ਵੀ ਤੋਪ ਨਹੀਂ ਸੀ, ਔਰ ਇਹੀ ਕਾਰਨ ਸੀਗਾ ਕਿ ਸਿੱਖ ਇੰਨੇ ਬਹਾਦਰ ਹੁੰਦੇ ਹੋਏ ਵੀ ਉਹਨਾਂ ਨੂੰ ਮੁਗਲਾਂ ਦੇ ਨਾਲ ਜਾਂ ਅਫਗਾਨਾਂ ਦੇ ਨਾਲ ਲੜਨ ਦੇ ਸਮੇਂ ਬਹੁਤ ਸਾਰੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ ਸੀ। ਪਰ ਬਾਅਦ ਦੇ ਵਿੱਚ 1800 ਈਸਵੀ ਦੇ ਵਿੱਚ ਜਾਂ ਉਸ ਤੋਂ ਬਾਅਦ 40 ਤੋਪਾਂ ਜਿਹੜੀਆਂ ਸੀ ਇਹਨਾਂ ਦੇ ਕੋਲ ਆ ਗਈਆਂ ਸਨ, ਪਰ ਉਹ ਵੀ ਛੋਟੀਆਂ ਸਨ। ਅੱਗੇ ਹੈ ਕਿ ਇਹਨਾਂ ਸੈਨਿਕਾਂ ਦੀ ਭਰਤੀ ਕਿਵੇਂ ਕੀਤੀ ਜਾਂਦੀ ਸੀ। ਭਰਤੀ ਲਈ ਵੀ ਕੋਈ ਖਾਸ ਨਿਯਮ ਨਹੀਂ ਸੀ ਬਣੇ ਹੋਏ। ਕਿਸੇ ਨੂੰ ਵੀ ਜ਼ਬਰਦਸਤੀ ਭਰਤੀ ਨਹੀਂ ਸੀ ਕੀਤਾ ਜਾਂਦਾ। ਆਪਣੀ ਮਰਜ਼ੀ ਦੇ ਨਾਲ ਸਿੱਖ ਜਿਹੜੇ ਸੀ ਉਹ ਸੈਨਾ ਦੇ ਵਿੱਚ ਭਰਤੀ ਹੁੰਦੇ ਸੀ। ਉਹ ਆਪਣੀ ਮਰਜ਼ੀ ਦੇ ਨਾਲ ਇੱਕ ਮਿਸਲ ਤੋਂ ਦੂਸਰੀ ਮਿਸਲ ਦੇ ਵਿੱਚ ਵੀ ਜਾ ਸਕਦੇ ਸੀ। ਔਰ ਇਹਦੇ ਵਿੱਚ ਇਹ ਵੀ ਸੀਗਾ ਕਿ ਮਿਸਲ ਦੇ ਜਿਹੜੇ ਸੈਨਿਕ ਸੀਗੇ ਭਰਤੀ ਦੇ ਵਿੱਚ ਲਈ ਉਹਨਾਂ ਨੂੰ ਕੋਈ ਨਿਯਮ ਵੀ ਨਹੀਂ ਸੀ, ਔਰ ਉਹਨਾਂ ਨੂੰ ਕੋਈ ਤਨਖਾਹ ਵੀ ਨਹੀਂ ਸੀ ਦਿੱਤੀ ਜਾਂਦੀ। ਇਹ ਵੀ ਨਹੀਂ ਸੀ ਕਿ ਉਹਨਾਂ ਦੀ ਕੋਈ ਤਨਖਾਹ ਫਿਕਸ ਕੀਤੀ ਹੋਈ ਆ ਵੀ ਉਹ ਉਹਨਾਂ ਨੂੰ ਪੈਸੇ ਦਿੱਤੇ ਜਾਣ, ਜਦ ਕਿ ਜੋ ਲੁੱਟ ਮਾਰ ਕੀਤੀ ਜਾਂਦੀ ਸੀ ਉਹਦੇ ਵਿੱਚੋਂ ਹੀ ਹਿੱਸਾ ਜਿਹੜਾ ਸੀ ਉਹ ਸੈਨਿਕਾਂ ਨੂੰ ਦੇ ਦਿੱਤਾ ਜਾਂਦਾ ਸੀ। ਸੈਨਿਕਾਂ ਦਾ ਰਿਕਾਰਡ ਜਿਹੜਾ ਸੀ ਉਹ ਲਿਖਤੀ ਨਹੀਂ ਸੀ ਰੱਖਿਆ ਜਾਂਦਾ। ਨਾ ਤਾਂ ਸੈਨਿਕਾਂ ਦਾ ਰਿਕਾਰਡ ਲਿਖਤੀ ਸੀ, ਨਾ ਹੀ ਘੋੜਿਆਂ ਸੰਬੰਧੀ ਕੋਈ ਰਿਕਾਰਡ ਜਿਹੜਾ ਸੀ ਉਹ ਲਿਖਤੀ ਰੱਖਿਆ ਜਾਂਦਾ ਸੀ। ਔਰ ਘੋੜਿਆਂ ਨੂੰ ਦਾਗਣ ਦੀ ਪ੍ਰਥਾ ਜਿਹੜੀ ਸੀ ਉਹ ਵੀ ਉਸ ਵੇਲੇ ਹਾਲੇ ਨਹੀਂ ਆਈ ਸੀ।
ਅੱਗੇ ਹੈਗਾ ਕਿ ਸੈਨਿਕਾਂ ਦੇ ਕੋਲ ਕਿਹੋ ਜਿਹੇ ਸ਼ਸਤਰ ਸੀ ਜਾਂ ਉਹਨਾਂ ਦਾ ਕੋਲ ਕਿਹੋ ਜਿਹਾ ਸਮਾਨ ਹੁੰਦਾ ਸੀ। ਬੱਚਿਓ, ਉਸ ਵੇਲੇ ਕਿਉਂਕਿ ਹਥਿਆਰ ਬਹੁਤੇ ਨਹੀਂ ਸੀਗੇ, ਉਸ ਵੇਲੇ ਸੈਨਿਕਾਂ ਦੇ ਕੋਲ ਭਾਲੇ, ਢਾਲਾਂ, ਬਰਸ਼ੇ, ਨੇਜੇ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਸੀ। ਹਾਂ, ਛੋਟੀਆਂ ਤੋਪਾਂ ਵੀ ਸਨ ਉਹਨਾਂ ਦੇ ਕੋਲ, ਪਰ ਬਹੁਤਾ ਜਿਹੜਾ ਸ਼ਸਤਰ ਸੀਗੇ ਉਹ ਇਹ ਵਾਲੇ ਸੀਗੇ ਕਿ ਨੇਜੇ ਹੋ ਗਏ, ਤਲਵਾਰਾਂ ਹੋ ਗਈਆਂ, ਭਾਲੇ ਹੋ ਗਏ। ਔਰ ਸਾਰੇ ਹੀ ਸੈਨਿਕ ਜਿਹੜੇ ਸੀ, ਕਿਉਂਕਿ ਉਹ ਘੋੜਸਵਾਰ ਹੁੰਦੇ ਸਨ, ਉਹਨਾਂ ਦੇ ਕੋਲ 2 ਕੰਬਲ ਹੁੰਦੇ ਸਨ। ਉਹ ਕੰਬਲ ਜਿਹੜੇ ਸੀ ਉਹ ਕਿਸ ਕੰਮ ਆਉਂਦੇ ਸੀ? ਇੱਕ ਤਾਂ ਲੋੜ ਪੈਣ ਤੇ ਉਹ ਆਪਣੇ ਉੱਪਰ ਲੈ ਲੈਂਦੇ ਸਨ ਤੇ ਦੂਜਾ ਆਪਣੇ ਘੋੜੇ ਦੇ ਉੱਤੇ ਦੇ ਦਿੰਦੇ ਸਨ। ਇਹ ਸਮਾਨ ਜਿਹੜਾ ਸੀ ਉਹ ਘੋੜੇ ਦੀ ਕਾਠੀ ਦੇ ਥੱਲੇ ਰੱਖ ਲੈਂਦੇ ਸਨ। ਔਰ ਕਿਹਾ ਜਾਂਦਾ ਆ ਕਿ ਇਹਨਾਂ 2 ਕੰਬਲਾਂ ਤੋਂ ਇਲਾਵਾ ਉਹਨਾਂ ਕੋਲ ਕੁਝ ਭੁੱਜੇ ਹੋਏ ਚਣੇ ਹੁੰਦੇ ਸਨ। ਭੁੱਖ ਲੱਗਣ ਤੇ ਉਹ ਚਣੇ ਜਿਹੜੇ ਸੀ ਉਹ ਖਾ ਲੈਂਦੇ ਸੀ। ਹੁਣ ਅਸੀਂ ਗੱਲ ਕਰਦੇ ਹਾਂ ਸੈਨਿਕਾਂ ਦੇ ਲੜਾਈ ਦੇ ਢੰਗ ਦੀ। ਬੱਚਿਓ, ਪਹਿਲਾਂ ਵੀ ਤੁਸੀਂ ਦੇਖਿਆ ਕਿ ਉਸ ਵੇਲੇ ਗੁਰੀਲਾ ਯੁੱਧ ਪ੍ਰਣਾਲੀ ਜਾਂ ਛਾਪਾਮਾਰ ਪ੍ਰਣਾਲੀ ਜਿਹਨੂੰ ਕਹਿੰਦੇ ਆ, ਉਹ ਸੈਨਿਕਾਂ ਨੇ ਅਪਣਾਈ ਸੀ। ਇਸ ਦਾ ਕਾਰਨ ਇਹ ਸੀ ਕਿ ਸਿੱਖਾਂ ਦੀ ਗਿਣਤੀ ਵੀ ਦੁਸ਼ਮਣਾਂ ਦੇ ਮੁਕਾਬਲੇ ਘੱਟ ਸੀ। ਦੂਜਾ, ਉਹਨਾਂ ਦੇ ਲੜਨ ਦੇ ਸਾਧਨ ਵੀ ਘੱਟ ਸੀ, ਜਿਸ ਕਰਕੇ ਲੋੜ ਸੀ ਕਿ ਕੁਝ ਇਹੋ ਜਿਹਾ ਤਰੀਕਾ ਵਰਤਿਆ ਜਾਵੇ ਕਿ ਜਿਸ ਨਾਲ ਉਹ ਦੁਸ਼ਮਣ ਦਾ ਮੁਕਾਬਲਾ ਕਰ ਸਕਣ। ਇਸ ਦੇ ਲਈ ਉਹਨਾਂ ਨੇ ਛਾਪਾਮਾਰ ਯੁੱਧ ਪ੍ਰਣਾਲੀ ਅਪਣਾਈ। ਬੱਚੋ, ਇਸ ਦੇ ਵਿੱਚ ਕੀ ਹੁੰਦਾ ਸੀ ਕਿ ਲੜਾਈ ਦੇ ਮੈਦਾਨ ਦੇ ਵਿੱਚ ਸਿੱਖ ਜਿਹੜੇ ਸੀਗੇ ਉਹ ਚਲਾਕੀ ਵਰਤ ਕੇ ਮੈਦਾਨ ਦੇ ਵਿੱਚੋਂ ਨਿਕਲ ਪੈਂਦੇ ਸੀ ਤੇ ਦੁਸ਼ਮਣ ਸੈਨਾ ਜਿਹੜੀ ਸੀ ਉਹਨਾਂ ਦੇ ਮਗਰ ਲੱਗ ਜਾਂਦੀ ਸੀ। ਜਦੋਂ ਦੂਰ ਨਿਕਲ ਜਾਂਦੇ ਤਾਂ ਸਿੱਖ ਸੈਨਿਕ ਅਚਾਨਕ ਹੀ ਉਹਨਾਂ ਤੇ ਹਮਲਾ ਕਰ ਦਿੰਦੇ ਤੇ ਇਸ ਤਰ੍ਹਾਂ ਦੁਸ਼ਮਣ ਦੀ ਫੌਜ ਨੂੰ ਭਾਜਣਾ ਪਾ ਦਿੰਦੇ। ਇਸੇ ਤਰ੍ਹਾਂ ਹੀ ਕਈ ਵਾਰੀ ਜਦੋਂ ਦੁਸ਼ਮਣ ਲੁੱਟ ਮਾਰ ਕਰਕੇ ਵਾਪਸ ਜਾ ਰਿਹਾ ਹੁੰਦਾ ਤਾਂ ਇਹ ਸੈਨਿਕ ਜਿਹੜੇ ਸੀਗੇ ਉਹ ਅਚਾਨਕ ਹੀ ਜੰਗਲਾਂ ਦੇ ਵਿੱਚੋਂ, ਪਹਾੜਾਂ ਦੇ ਵਿੱਚੋਂ ਨਿਕਲ ਕੇ ਅਚਾਨਕ ਦੁਸ਼ਮਣ ਦੇ ਉੱਤੇ ਹਮਲਾ ਕਰ ਦਿੰਦੇ ਔਰ ਉਹਨਾਂ ਦਾ ਲੁੱਟਿਆ ਹੋਇਆ ਮਾਲ ਜਿਹੜਾ ਸੀ ਉਸ ਨੂੰ ਆਪ ਲੈ ਲੈਂਦੇ ਅਤੇ ਵਾਪਸ ਜੰਗਲਾਂ ਦੇ ਪਹਾੜਾਂ ਦੇ ਵਿੱਚ ਜਾ ਕੇ ਛੁਪ ਜਾਂਦੇ। ਸਿੱਖਾਂ ਦੀ ਇਸ ਯੁੱਧ ਪ੍ਰਣਾਲੀ ਨੇ ਉਹਨਾਂ ਨੂੰ ਬਹੁਤ ਹੀ ਦੇਰ ਤੱਕ ਬਚਾਈ ਰੱਖਿਆ। ਇਸੇ ਪ੍ਰਣਾਲੀ ਕਰਕੇ ਹੀ ਉਹ ਹਮੇਸ਼ਾ ਜਿੱਤ ਹਾਸਲ ਕਰਦੇ ਰਹੇ ਔਰ ਦੁਸ਼ਮਣ ਦਾ ਮੁਕਾਬਲਾ ਕਰਦੇ ਰਹੇ। ਬੱਚਿਓ, ਅੱਗੇ ਅਸੀਂ ਗੱਲ ਕਰਦੇ ਹਾਂ ਕਿ ਸਿੱਖ ਮਿਸਲਾਂ ਦੇ ਵਿੱਚ ਸੈਨਿਕਾਂ ਦੀ ਕੁੱਲ ਸੰਖਿਆ ਕਿੰਨੀ ਸੀ। ਇਸ ਬਾਰੇ ਕੋਈ ਸਾਨੂੰ ਪੱਕਾ ਸਬੂਤ ਤਾਂ ਸਾਡੇ ਕੋਲ ਨਹੀਂ ਹੈ, ਪਰ ਵੱਖ-ਵੱਖ ਇਤਿਹਾਸਕਾਰਾਂ ਦੇ ਵੱਖ-ਵੱਖ ਮਤ ਹਨ। ਅਗਰ ਵਿਦੇਸ਼ੀ ਇਤਿਹਾਸਕਾਰਾਂ ਦੀ ਗੱਲ ਕਰੀਏ ਤਾਂ ਉਸ ਵੇਲੇ ਉਹਨਾਂ ਨੇ ਸਿੱਖ ਮਿਸਲਾਂ ਦੇ ਸੈਨਿਕਾਂ ਦੀ ਗਿਣਤੀ ਜੋ ਦਿੱਤੀ ਹੈ ਉਹ ਹੈ ਕਿ ਜਿਵੇਂ BC ਹਿਊਗਲ ਜਿਹੜੇ ਸਨ ਉਹਨਾਂ ਨੇ ਕਿਹਾ ਕਿ ਉਸ ਵੇਲੇ ਮਿਸਲਾਂ ਦੇ ਵਿੱਚ ਸਿੱਖ ਸੈਨਿਕਾਂ ਦੀ ਗਿਣਤੀ 69,500 ਦੇ ਕਰੀਬ ਸੀ। ਇਸੇ ਤਰ੍ਹਾਂ ਹੀ ਬੱਚਿਓ, ਜੇਮਸ ਬਰਾਊਨ ਜਿਹੜੇ ਸੀ ਉਹਨਾਂ ਨੇ ਜੋ ਗਿਣਤੀ ਦਿੱਤੀ, ਉਹਨਾਂ ਨੇ ਕਿਹਾ ਕਿ 73,000 ਦੇ ਕਰੀਬ ਘੋੜਸਵਾਰ ਸੈਨਿਕ ਸਨ ਅਤੇ 25,000 ਦੇ ਕਰੀਬ ਉਸ ਵੇਲੇ ਪੈਦਲ ਸੈਨਿਕ ਸਨ। ਫੋਸਟਰ ਲਿਖਦੇ ਆ ਕਿ ਉਸ ਵੇਲੇ ਮਿਸਲਾਂ ਦੇ ਕੋਲ 2 ਲੱਖ ਦੇ ਕਰੀਬ ਸੈਨਿਕ ਸਨ। ਇਸੇ ਤਰ੍ਹਾਂ ਫਰੈਂਕਲਿਨ ਕਹਿੰਦੇ ਆ ਕਿ 2,48,000 ਦੇ ਕਰੀਬ ਮਿਸਲਾਂ ਦੇ ਵਿੱਚ ਸੈਨਿਕ ਸਨ। ਜਦੋਂ ਅਸੀਂ ਆਪਣੇ ਭਾਰਤੀ ਇਤਿਹਾਸਕਾਰਾਂ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਦਾ ਮਤ ਇਸ ਤੋਂ ਅਲੱਗ ਹੈ। ਡਾਕਟਰ ਭਗਤ ਸਿੰਘ, ਹਰੀ ਰਾਮ ਗੁਪਤਾ ਤੇ SS ਗਾਂਧੀ ਉਹਨਾਂ ਨੇ ਇਸ ਗਿਣਤੀ ਜਿਹੜੀ ਆ ਇਸ ਤੋਂ ਅਲੱਗ ਦਿੱਤੀ ਹੈ। ਉਹਨਾਂ ਦੇ ਅਨੁਸਾਰ ਉਸ ਵੇਲੇ ਮਿਸਲਾਂ ਦੇ ਵਿੱਚ ਸੈਨਿਕਾਂ ਦੀ ਗਿਣਤੀ ਜਿਹੜੀ ਸੀ ਉਹ 1 ਲੱਖ ਸੀ ਔਰ 5,000 ਜਾਂ 6,000 ਦੇ ਕਰੀਬ ਹੀ ਪੈਦਲ ਸੈਨਿਕ ਸਨ। ਸੋ ਇਸ ਤਰ੍ਹਾਂ ਸਾਨੂੰ ਕੋਈ ਪੱਕਾ ਪ੍ਰਮਾਣਿਕ ਸਬੂਤ ਤਾਂ ਨਹੀਂ ਮਿਲਦਾ, ਪਰ ਭਾਰਤੀ ਇਤਿਹਾਸਕਾਰਾਂ ਵੱਲੋਂ ਜੋ ਗਿਣਤੀ ਦਿੱਤੀ ਗਈ ਹੈ ਉਸ ਨੂੰ ਹੀ ਸਹੀ ਮੰਨਿਆ ਗਿਆ ਹੈ। ਇਸ ਤਰ੍ਹਾਂ ਬੱਚਿਓ, ਅਖੀਰ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਸਿੱਖ ਮਿਸਲਾਂ ਦਾ ਸ਼ਾਸਨ ਪ੍ਰਬੰਧ ਜਿਹੜਾ ਸੀ, ਬੇਸ਼ੱਕ ਉਹ ਕੋਈ ਬਹੁਤਾ
ਵਧੀਆ ਨਹੀਂ ਸੀ। ਕਈ ਇਤਿਹਾਸਕਾਰ ਇਸ ਨੂੰ ਬੇਢੰਗਾ ਵੀ ਕਹਿ ਦਿੰਦੇ ਆ, ਪਰ ਅਸੀਂ ਦੇਖਦੇ ਹਾਂ ਕਿ ਉਸ ਵੇਲੇ ਦੇ ਸਮੇਂ ਦੇ ਬਿਲਕੁਲ ਹੀ ਅਨੁਕੂਲ ਸੀ। ਧੰਨਵਾਦ।